स्नेहा धीर साझा पंजाब टीवी अमृत। ਜਿਵੇਂ ਗਰੀਬ ਲੜਕੀਆਂ ਕੰਮ ਕਰਦੀਆਂ ਮਿਹਨਤ ਕਰਦੀਆਂ ਏ ਲੋਕਾਂ ਦੇ ਘਰ ਸਫਾਈਆਂ ਕਰਦੀਆਂ ਨੇ ਮਗਰ ਉਹਨਾਂ ਨੂੰ ਲੋਕੀ ਜੀਣ ਨਹੀਂ ਦਿੰਦੇ। ਮਗਰ ਜਿਹੜੀ ਲੜਕੀਆਂ ਕਿੱਧਰੇ ਵੀ ਜਾਂਦੀਆਂ ਪੜ੍ਹਦੀਆਂ ਜਾਂ ਕਿਸੇ ਕਾਲਜ ਜਾਂਦੀਆਂ ਉਹਨਾਂ 'ਤੇ ਤੇਜ਼ਾਬ ਪਾਇਆ ਜਾਂਦਾ ਹੈ। ਇਹੋ ਜਿਹੇ ਬੰਦਿਆਂ ਨੂੰ ਕਿਉਂ ਨਹੀਂ ਮੋੜਿਆ ਜਾਂਦਾ? ਇਹੋ ਜਿਹੇ ਬੰਦਿਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ? ਕਿਉਂਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ। ਉਹ ਵੀ ਸਾਡੀ ਭੈਣ ਹੈ, ਉਹ ਵੀ ਧੀ ਹੈ। ਜੇ ਤੁਸੀਂ ਇੰਝ ਕੰਮ ਕਰੋਗੇ ਤਾਂ ਰੱਬ ਦੇ ਵੇਖਦਾ ਪਿਆ ਹੈ। ਮਗਰ ਤੁਸੀਂ ਇਹ ਕੁੜੀਆਂ ਨੂੰ ਰਾਹ ਜਾਂਦਿਆਂ ਛੇੜਨਾ, ਟੋਚਾਂ ਲਾਉਣੀਆਂ, ਗੱਲਾਂ ਕਰਨੀਆਂ ਇਹ ਛੱਡ ਦਿਓ। ਮਗਰ ਸਭ ਦੀ ਧੀ ਸਾਂਝੀ ਹੁੰਦੀ ਹੈ। ਮਗਰ ਧੀਆਂ ਨਾਲ ਕਦੀ ਨਾ ਮਾੜਾ ਕਰੋ। ਧੀਆਂ ਮੁੰਡਿਆਂ ਨਾਲ ਜ਼ਿਆਦਾ ਕੰਮ ਕਰਦੀਆਂ ਮਗਰ ਉਹਨਾਂ ਨੂੰ ਗਲਤ ਕਿਉਂ ਸਮਝਿਆ ਜਾਂਦਾ? ਕਦੀ ਗਲਤ ਸਮਝੋ। ਜਿਹੜੀ ਮਾਂ ਬੱਚਾ ਪੇਟ 'ਚੋਂ ਜਨਮ ਦਿੰਦੀ ਨਾ, ਉਹਦੇ ਵਾਸਤੇ ਧੀ ਅਤੇ ਪੁੱਤ ਇੱਕੋ ਹੀ ਹੁੰਦਾ। ਮਗਰ ਤੁਸੀਂ ਧੀ ਨੂੰ ਕੋਈ ਸਮਝਿਆ ਹੀ ਨਹੀਂ ਹੈਗਾ। ਧੀ ਘਰ ਦੀ ਲక్ష్ਮੀ ਹੁੰਦੀ ਹੈ ਮਗਰ ਤੁਸੀਂ ਉਹਨਾਂ ਨੂੰ ਕਦੀ ਜ਼ਿੰਦਗੀ ਆਪਣਾ ਸਮਝਿਆ ਹੀ ਨਹੀਂ ਹੈਗਾ, ਕਿਉਂਕਿ ਧੀਆਂ ਨੂੰ ਮਾੜਾ ਸਮਝਿਆ। ਮਗਰ ਜੇ ਲੋਕ ਵੀ ਜਿਵੇਂ ਇੱਕ ਫਰੈਂਡ ਹੁੰਦਾ, ਇੱਕ ਫਰੈਂਡ ਨੂੰ ਫਰੈਂਡ ਨਹੀਂ ਸਮਝਦਾ, ਇੱਕ ਆਪਣਾ ਯਾਰ ਸਮਝਦਾ, ਜਿਵੇਂ ਪਿਆਰ ਸਮਝਦਾ, ਮਗਰ ਉਹਦੇ ਨਾਲ ਕਿਉਂ ਮਾੜਾ ਕਰਦਾ? ਕਿਆ ਉਹਦੇ ਘਰ ਭੈਣਾਂ ਨਹੀਂ ਹੈਗੀਆਂ ਜਾਂ ਉਹਦੇ ਘਰ ਮਾਂ ਨਹੀਂ ਹੈਗੀ? ਕਿਉਂ ਕਰਦਾ? ਕਿਉਂਕਿ ਉਹਦੇ ਅੱਖਾਂ 'ਚ ਪੈਸਾ ਆਇਆ ਹੁੰਦਾ। ਪੈਸਿਆਂ ਨਾਲ ਇਹ ਕਦੀ ਇਨਸਾਨ ਕਦੀ ਵੱਡਾ ਨਹੀਂ ਹੋ ਸਕਦਾ। ਜੋ ਇਨਸਾਨੀਅਤ ਹੈਗੀ ਪਿਆਰ ਨਾਲ ਨਹੀਂ ਬੋਲੋ। ਪਿਆਰ ਨਾਲ ਹੀ ਦੁਨੀਆ ਬਣਦੀ ਹੈ। ਮਗਰ ਕਹਿੰਦੇ ਰੱਬ ਨਾਲ ਮੰਗਣਾ ਚੰਗਾ, ਇੱਕ ਲక్ష్ਮੀ ਮੰਗ ਲਓ ਉਹ ਦੇ ਦੇਗੀ। ਭਗਵਾਨ ਥੋੜ੍ਹਾ ਨਾ ਆਏਗਾ। ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ। ਧੀਆਂ ਕੋਲ ਤੁਸੀਂ ਪੈਸੇ ਮੰਗਦੇ ਹੋ ਜਾਂ ਕਰਜ਼ਾ ਵਿਚਾਰੀ ਚੁੱਕਦੇ, ਤੁਸੀਂ ਮਾਂ ਪਿਓ ਕਰਜ਼ਾ ਚੁੱਕ ਕੇ ਪੜ੍ਹਾਉਂਦੇ ਆ ਮਗਰ ਉਹ ਧੀਆਂ ਹੀ ਕਰਜ਼ਾ ਤਾਰਦੀਆਂ, ਕਿਉਂਕਿ ਉਹ ਵਿਚਾਰੀਆਂ ਪਤਾ ਹੁੰਦਾ ਕਿ ਮੇਰੇ ਪਿਓ ਨੂੰ ਕਦੀ ਬੋਝ ਨਾ ਪਵੇ। ਮਾਂ ਜਿਹੜੀ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀਆਂ ਰਸੋਈਆਂ ਕਰਕੇ ਜੇ ਪੈਸੇ ਲਿਆਂਦੀ ਹੈ ਅਤੇ ਬੱਚਿਆਂ ਉੱਤੇ ਲਾਉਂਦੀ ਹੈ ਕਿ ਆਪ ਨਹੀਂ ਖਰਚਦੀ। ਮਗਰ ਤੁਸੀਂ ਸੋਚਿਆ ਹੀ ਨਹੀਂ ਹੈਗਾ। ਧੀਆਂ ਦਾ ਕੋਈ ਸੋਚੋ। ਰਾਹ ਜਾਂਦੇ ਨੂੰ ਟੇਚਾ ਨਾ ਕਰੋ, ਨਾ ਛੇੜੋ। ਧੀਆਂ ਸਭ ਦੀਆਂ ਸਾਂਝੀਆਂ। ਜੇ ਅਗਰ ਧੀ ਬਾਹਰ ਨਿਕਲਦੀ ਹੈ ਲੋਕੀ ਲੱਖ ਲੱਖਾਂ ਗੱਲਾਂ ਕਰਦੇ ਆ, ਚਾਚੇ ਤਾਏ ਕੀ ਭੈਣ ਭਰਾ ਵੀ ਗੱਲਾਂ ਕਰਦੇ ਨੇ। ਪਰ ਕਿਉਂ ਕਰਦੇ ਨੇ? ਕਿ ਧੀ ਦੀ ਕੋਈ ਜ਼ਿੰਦਗੀ ਨਹੀਂ ਹੈਗੀ, ਕੋਈ ਲਾਈਫ ਨਹੀਂ ਹੈਗੀ। ਕਿਉਂ ਸਾਰੀ ਉਮਰ ਕਿਉਂ ਬਣ ਕੇ ਰਹਿੰਦੀ ਹੈ? ਇੱਕ ਜਨਮ ਦੇਣ ਵਾਲੀ, ਇੱਕ ਲੋਕਾਂ ਨੂੰ ਦੁਨੀਆ 'ਚ ਆਉਣ ਵਾਲੀ ਅਤੇ ਦੁਨੀਆ ਦਿਖਾਉਣ ਵਾਲੀ ਇੱਕ ਮਾਂ ਹੀ ਹੁੰਦੀ ਹੈ। ਜੇ ਤੁਸੀਂ ਧੀ ਨੂੰ ਮਾਂ ਦਾ ਦਰਜਾ ਨਹੀਂ ਦੇ ਸਕਦੇ ਤਾਂ ਧੀ ਨੂੰ ਸਾੜੋ ਨਾ, ਨਾ ਉਹਦੇ ਤਿਆਗ ਪਾਓ। ਕੁਛ ਸੋਚੋ। ਕਿੱਥੇ ਰਹਿੰਦੇ ਹੋ? ਸ਼ਹਿਰ 'ਚ ਰਹਿ ਰਹੇ ਹੋ ਜਾਂ ਇੰਗਲੈਂਡ ਰਹਿ ਰਹੇ ਹੋ? ਪੰਜਾਬ ਵਿੱਚ ਇਹ ਕਈ ਹਾਲਾਤ ਹੋਏ ਆ, ਕਈ ਕੁੜੀਆਂ ਦੇ ਉੱਤੇ ਤਿਆਗ ਪਾਇਆ ਗਿਆ, ਕਈ ਕੁੜੀਆਂ ਨੂੰ ਸਾੜਿਆ ਗਿਆ। ਜੀ ਇੱਕ ਸਿਰਫ ਇੱਕ ਦਾਜ ਪਿੱਛੇ। ਦਾਜ ਦੇ ਨਾਲ ਨਹੀਂ ਆਉਣਾ। ਇੱਕ ਗੱਲ ਯਾਦ ਰੱਖੋ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਜੀ। ਧੀਆਂ ਬਾਰੇ ਸੋਚੋ ਅਤੇ ਜ਼ਿੰਦਗੀ ਖੁਸ਼ ਰੱਖੋ। ਇਹ ਜ਼ਿੰਦਗੀ ਧੀ ਸਭ ਦੇ ਘਰ ਰੱਬ ਦਿੰਦਾ ਹੈ। ਜਿਹਦੇ ਘਰ ਧੀ ਨਹੀਂ ਨਾ ਹੈਗੀ ਉਹਨੂੰ ਪੁੱਛ ਕੇ ਦੇਖੋ, ਉਹ ਬੰਦਾ ਬਿਲਕੁਲ ਖੋਖਲਾ ਹੈ। ਕਿਉਂਕਿ ਜਿਹਦੇ ਘਰ ਧੀ ਹੈਗੀ ਹੈ ਉਹਦੇ ਘਰ ਲక్ష్ਮੀ ਹੈਗੀ ਹੈ। ਲక్ష్ਮੀ ਤਦ ਹੀ ਹੈਗੀ ਜੇ ਧੀ ਹੋਏਗੀ। ਮਗਰ ਤੁਸੀਂ ਧੀ ਦਾ ਮੁੱਲ ਕੀ ਪਾਉਂਦੇ ਹੋ? ਇੱਕ ਘਰ ਧੀ ਵੇਖਦੇ ਹੋ, ਵਿਆਹ ਦਿੰਦੇ ਹੋ ਕਿ ਲੋ ਜੀ ਚੱਲ ਜਾਓ ਜੀ, ਮਗਰ ਧੀ ਦਾ ਵੀ ਵੇਖੋ ਕੀ ਇਨਸਾਨੀਅਤ ਹੁੰਦਾ। ਬਾਕੀ ਜ਼ਿੰਦਗੀ ਸੋਚ ਕੇ ਚਲੋ। ਧੀਆਂ ਦਾ ਸੋਚੋ। ਜਿਵੇਂ ਗਰੀਬ ਲੜਕੀਆਂ ਕੰਮ ਕਰਦੀਆਂ ਮਿਹਨਤ ਕਰਦੀਆਂ ਏ ਲੋਕਾਂ ਦੇ ਘਰ ਸਫਾਈਆਂ ਕਰਦੀਆਂ ਨੇ ਮਗਰ ਉਹਨਾਂ ਨੂੰ ਲੋਕੀ ਜੀਣ ਨਹੀਂ ਦਿੰਦੇ। ਮਗਰ ਜਿਹੜੀ ਲੜਕੀਆਂ ਕਿੱਧਰੇ ਵੀ ਜਾਂਦੀਆਂ ਪੜ੍ਹਦੀਆਂ ਜਾਂ ਕਿਸੇ ਕਾਲਜ ਜਾਂਦੀਆਂ ਉਹਨਾਂ 'ਤੇ ਤੇਜ਼ਾਬ ਪਾਇਆ ਜਾਂਦਾ ਹੈ। ਇਹੋ ਜਿਹੇ ਬੰਦਿਆਂ ਨੂੰ ਕਿਉਂ ਨਹੀਂ ਮੋੜਿਆ ਜਾਂਦਾ? ਇਹੋ ਜਿਹੇ ਬੰਦਿਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ? ਕਿਉਂਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ। ਉਹ ਵੀ ਸਾਡੀ ਭੈਣ ਹੈ, ਉਹ ਵੀ ਧੀ ਹੈ। ਜੇ ਤੁਸੀਂ ਇੰਝ ਕੰਮ ਕਰੋਗੇ ਤਾਂ ਰੱਬ ਦੇ ਵੇਖਦਾ ਪਿਆ ਹੈ। ਮਗਰ ਤੁਸੀਂ ਇਹ ਕੁੜੀਆਂ ਨੂੰ ਰਾਹ ਜਾਂਦਿਆਂ ਛੇੜਨਾ, ਟੋਚਾਂ ਲਾਉਣੀਆਂ, ਗੱਲਾਂ ਕਰਨੀਆਂ ਇਹ ਛੱਡ ਦਿਓ। ਮਗਰ ਸਭ ਦੀ ਧੀ ਸਾਂਝੀ ਹੁੰਦੀ ਹੈ। ਮਗਰ ਧੀਆਂ ਨਾਲ ਕਦੀ ਨਾ ਮਾੜਾ ਕਰੋ। ਧੀਆਂ ਮੁੰਡਿਆਂ ਨਾਲ ਜ਼ਿਆਦਾ ਕੰਮ ਕਰਦੀਆਂ ਮਗਰ ਉਹਨਾਂ ਨੂੰ ਗਲਤ ਕਿਉਂ ਸਮਝਿਆ ਜਾਂਦਾ? ਕਦੀ ਗਲਤ ਸਮਝੋ। ਜਿਹੜੀ ਮਾਂ ਬੱਚਾ ਪੇਟ 'ਚੋਂ ਜਨਮ ਦਿੰਦੀ ਨਾ, ਉਹਦੇ ਵਾਸਤੇ ਧੀ ਅਤੇ ਪੁੱਤ ਇੱਕੋ ਹੀ ਹੁੰਦਾ। ਮਗਰ ਤੁਸੀਂ ਧੀ ਨੂੰ ਕੋਈ ਸਮਝਿਆ ਹੀ ਨਹੀਂ ਹੈਗਾ। ਧੀ ਘਰ ਦੀ ਲక్ష్ਮੀ ਹੁੰਦੀ ਹੈ ਮਗਰ ਤੁਸੀਂ ਉਹਨਾਂ ਨੂੰ ਕਦੀ ਜ਼ਿੰਦਗੀ ਆਪਣਾ ਸਮਝਿਆ ਹੀ ਨਹੀਂ ਹੈਗਾ, ਕਿਉਂਕਿ ਧੀਆਂ ਨੂੰ ਮਾੜਾ ਸਮਝਿਆ। ਮਗਰ ਜੇ ਲੋਕ ਵੀ ਜਿਵੇਂ ਇੱਕ ਫਰੈਂਡ ਹੁੰਦਾ, ਇੱਕ ਫਰੈਂਡ ਨੂੰ ਫਰੈਂਡ ਨਹੀਂ ਸਮਝਦਾ, ਇੱਕ ਆਪਣਾ ਯਾਰ ਸਮਝਦਾ, ਜਿਵੇਂ ਪਿਆਰ ਸਮਝਦਾ, ਮਗਰ ਉਹਦੇ ਨਾਲ ਕਿਉਂ ਮਾੜਾ ਕਰਦਾ? ਕਿਆ ਉਹਦੇ ਘਰ ਭੈਣਾਂ ਨਹੀਂ ਹੈਗੀਆਂ ਜਾਂ ਉਹਦੇ ਘਰ ਮਾਂ ਨਹੀਂ ਹੈਗੀ? ਕਿਉਂ ਕਰਦਾ? ਕਿਉਂਕਿ ਉਹਦੇ ਅੱਖਾਂ 'ਚ ਪੈਸਾ ਆਇਆ ਹੁੰਦਾ। ਪੈਸਿਆਂ ਨਾਲ ਇਹ ਕਦੀ ਇਨਸਾਨ ਕਦੀ ਵੱਡਾ ਨਹੀਂ ਹੋ ਸਕਦਾ। ਜੋ ਇਨਸਾਨੀਅਤ ਹੈਗੀ ਪਿਆਰ ਨਾਲ ਨਹੀਂ ਬੋਲੋ। ਪਿਆਰ ਨਾਲ ਹੀ ਦੁਨੀਆ ਬਣਦੀ ਹੈ। ਮਗਰ ਕਹਿੰਦੇ ਰੱਬ ਨਾਲ ਮੰਗਣਾ ਚੰਗਾ, ਇੱਕ ਲక్ష్ਮੀ ਮੰਗ ਲਓ ਉਹ ਦੇ ਦੇਗੀ। ਭਗਵਾਨ ਥੋੜ੍ਹਾ ਨਾ ਆਏਗਾ। ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ। ਧੀਆਂ ਕੋਲ ਤੁਸੀਂ ਪੈਸੇ ਮੰਗਦੇ ਹੋ ਜਾਂ ਕਰਜ਼ਾ ਵਿਚਾਰੀ ਚੁੱਕਦੇ, ਤੁਸੀਂ ਮਾਂ ਪਿਓ ਕਰਜ਼ਾ ਚੁੱਕ ਕੇ ਪੜ੍ਹਾਉਂਦੇ ਆ ਮਗਰ ਉਹ ਧੀਆਂ ਹੀ ਕਰਜ਼ਾ ਤਾਰਦੀਆਂ, ਕਿਉਂਕਿ ਉਹ ਵਿਚਾਰੀਆਂ ਪਤਾ ਹੁੰਦਾ ਕਿ ਮੇਰੇ ਪਿਓ ਨੂੰ ਕਦੀ ਬੋਝ ਨਾ ਪਵੇ। ਮਾਂ ਜਿਹੜੀ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀਆਂ ਰਸੋਈਆਂ ਕਰਕੇ ਜੇ ਪੈਸੇ ਲਿਆਂਦੀ ਹੈ ਅਤੇ ਬੱਚਿਆਂ ਉੱਤੇ ਲਾਉਂਦੀ ਹੈ ਕਿ ਆਪ ਨਹੀਂ ਖਰਚਦੀ। ਮਗਰ ਤੁਸੀਂ ਸੋਚਿਆ ਹੀ ਨਹੀਂ ਹੈਗਾ। ਧੀਆਂ ਦਾ ਕੋਈ ਸੋਚੋ। ਰਾਹ ਜਾਂਦੇ ਨੂੰ ਟੇਚਾ ਨਾ ਕਰੋ, ਨਾ ਛੇੜੋ। ਧੀਆਂ ਸਭ ਦੀਆਂ ਸਾਂਝੀਆਂ। ਜੇ ਅਗਰ ਧੀ ਬਾਹਰ ਨਿਕਲਦੀ ਹੈ ਲੋਕੀ ਲੱਖ ਲੱਖਾਂ ਗੱਲਾਂ ਕਰਦੇ ਆ, ਚਾਚੇ ਤਾਏ ਕੀ ਭੈਣ ਭਰਾ ਵੀ ਗੱਲਾਂ ਕਰਦੇ ਨੇ। ਪਰ ਕਿਉਂ ਕਰਦੇ ਨੇ? ਕਿ ਧੀ ਦੀ ਕੋਈ ਜ਼ਿੰਦਗੀ ਨਹੀਂ ਹੈਗੀ, ਕੋਈ ਲਾਈਫ ਨਹੀਂ ਹੈਗੀ। ਕਿਉਂ ਸਾਰੀ ਉਮਰ ਕਿਉਂ ਬਣ ਕੇ ਰਹਿੰਦੀ ਹੈ? ਇੱਕ ਜਨਮ ਦੇਣ ਵਾਲੀ, ਇੱਕ ਲੋਕਾਂ ਨੂੰ ਦੁਨੀਆ 'ਚ ਆਉਣ ਵਾਲੀ
ਤੇ ਦੁਨੀਆ ਦਿਖਾਉਣ ਵਾਲੀ ਇੱਕ ਮਾਂ ਹੀ ਹੁੰਦੀ ਹੈ। ਜੇ ਤੁਸੀਂ ਧੀ ਨੂੰ ਮਾਂ ਦਾ ਦਰਜਾ ਨਹੀਂ ਦੇ ਸਕਦੇ ਤਾਂ ਧੀ ਨੂੰ ਸਾੜੋ ਨਾ, ਨਾ ਉਹਦੇ ਤਿਆਗ ਪਾਓ। ਕੁਛ ਸੋਚੋ, ਕਿੱਥੇ ਰਹਿੰਦੇ ਹੋ, ਸ਼ਹਿਰ 'ਚ ਰਹਿ ਰਹੇ ਹੋ ਜਾਂ ਇੰਗਲੈਂਡ ਰਹਿ ਰਹੇ ਹੋ। ਪੰਜਾਬ ਵਿੱਚ ਇਹ ਕਈ ਹਾਲਾਤ ਹੋਏ ਆ, ਕਈ ਕੁੜੀਆਂ ਦੇ ਉੱਤੇ ਤਿਆਗ ਪਾਇਆ ਗਿਆ, ਕਈ ਕੁੜੀਆਂ ਨੂੰ ਸਾੜਿਆ ਗਿਆ। ਇਹ ਸਿਰਫ ਇੱਕ ਦਾਜ ਪਿੱਛੇ, ਦਾਜ ਦੇ ਨਾਲ ਨਹੀਂ ਆਉਣਾ। ਇੱਕ ਗੱਲ ਯਾਦ ਰੱਖੋ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਜੀ। ਧੀਆਂ ਬਾਰੇ ਸੋਚੋ ਅਤੇ ਜ਼ਿੰਦਗੀ ਖੁਸ਼ ਰੱਖੋ। ਇਹ ਜ਼ਿੰਦਗੀ 'ਚ ਧੀ ਸਾਰੇ ਘਰ ਰੱਬ ਦਿੰਦਾ ਹੈ। ਜਿਹਦੇ ਘਰ ਧੀ ਨਹੀਂ ਨਾ ਹੈਗੀ ਉਹਨੂੰ ਪੁੱਛ ਕੇ ਦੇਖੋ, ਉਹ ਬੰਦਾ ਬਿਲਕੁਲ ਖੋਖਲਾ ਹੈ। ਕਿਉਂਕਿ ਜਿਹਦੇ ਘਰ ਧੀ ਹੈਗੀ ਹੈ ਉਹਦੇ ਘਰ ਲక్ష్ਮੀ ਹੈਗੀ ਹੈ। ਲక్ష్ਮੀ ਤਦ ਹੈਗੀ ਜੇ ਧੀ ਹੋਏਗੀ। ਮਗਰ ਤੁਸੀਂ ਧੀ ਦਾ ਮੁੱਲ ਕੀ ਪਾਉਂਦੇ ਹੋ? ਇੱਕ ਘਰ ਧੀ ਵੇਖਦੇ ਹੋ, ਵਿਆਹ ਦਿੰਦੇ ਹੋ ਕਿ ਲੋ ਜੀ ਚੱਲ ਜਾਓ ਜੀ, ਮਗਰ ਧੀ ਦਾ ਵੀ ਵੇਖੋ ਕੀ ਇਨਸਾਨੀਅਤ ਹੁੰਦਾ। ਬਾਕੀ ਜ਼ਿੰਦਗੀ ਸੋਚ ਕੇ ਚਲੋ, ਧੀਆਂ ਦਾ ਸੋਚੋ। मेरा नाम शीला है और मैं 32 इयर्स की हूँ और मेरे साथ ये अटैक 5 साल पहले हुआ था। मतलब एकदम पत्थर की तरह हो गई थी, इतना हैवी जो मेरा चेहरा, मेरा चेस्ट इतना हैवी कि मैं उसको अपने ऊपर नहीं बर्दाश्त कर पा रही थी। एकदम पत्थर की तरह हो जाता है। हर बार डॉक्टर से पूछती थी कि कितना टाइम लगेगा इसको। वो कहते थे 1 महीना उस स्किन को हटाने में लगेगा, 1 से 1.5 महीना। वो 1-1.5 महीना गिन कर गुजारना। पहली जॉब थी, एज अ काउंसलर मैंने ज्वाइन किया था। वहाँ का जो बॉस था वो मेरा एडवांटेज लेना चाहता था। फाइनली उसको मैं ना कह चुकी थी और उसको ये बर्दाश्त नहीं था, क्योंकि उसने मुझसे कहा था कि मैं इतनी आसानी से कैसे जाने दूँगा। इस चेहरे की वजह से इतनी जगह जॉब ज्वाइन कर पाती हो, अगर मैं यही ख़राब कर दूँ तो। पर उस टाइम भी मैं ये नहीं समझ पाई थी कि वो ये क्राइम कर सकता है। उसके बाद मैं जब शाम 6 बजे अपने ऑफिस से निकल रही थी तो उसने किसी से मेरे ऊपर एसिड अटैक करवा दिया। मैं नीचे आ गई, मैं सामने देखा तो एक लड़का फेस मफल मतलब रुमाल बांधकर खड़ा हुआ था। मैंने सोचा शायद कोई पासर बाय है और मैं उसी के पास जाकर खड़ी हो गई। जैसे मैंने उसकी तरफ टर्न किया, एकदम से उसने मेरी आंख पर, चेहरे पर एसिड डाल दिया और 1 सेकंड को मुझे लगा कि शायद किसी स्टूडेंट ने मजाक किया है, पर दूसरे सेकंड मुझे रियलाइज़ हो गया उसकी बर्निंग सेंसेशन से और उसका चिकनापन मुझे समझ में आ गया कि ये एसिड है। जैसे मुझे एहसास हुआ कि एसिड है, बहुत ज़ोर से चिल्लाने लगी। बहुत हॉरिबल था वो। शायद मैं कभी चाहकर भी वैसे नहीं चीख सकती। तो मैं बहुत ज़ोर से चिल्ला रही थी और वापस ऑफिस की तरफ भागी। बहुत सारे लोग वहाँ पर राउंड बनाकर देख रहे थे, पर कोई हेल्प के लिए नहीं आया। मैं फ्लोर पर नीचे बैठ गई और बहुत चीख रही थी। उसके बाद आँखों में इतना दर्द अनटॉलरेबल था, बिल्कुल कहूँ कि बर्दाश्त नहीं होता था। फिर रोना भी चाहती थी, पर सोचती थी रोकर भी कुछ ठीक नहीं हो पाएगा। मतलब कोई ऑप्शन नज़र नहीं आता था कि अपनी तकलीफ़ को कैसे कम किया जाए, जो फ़िज़िकल पेन है उसको। उसके बाद एक बार ऐसा महसूस हुआ कि सब कुछ ख़त्म कर दूँ, कुछ नहीं बचा है, ना चल सकती हूँ, वो दर्द बर्दाश्त नहीं हो रहा है, तो अपनी ज़िंदगी को ख़त्म कर दूँ। लेकिन कोशिश की पर सक्सेस नहीं मिली। सब कुछ बदल गया, सब कुछ। शुरुआत करूँ तो जो मेरा हस्बैंड था, जिसके साथ मैं गई थी सब कुछ छोड़कर, उसने मुझे छोड़ दिया। सारे दोस्तों ने छोड़ दिया, कोई साथ नहीं देता। और कल कहूँ तो वो मेरा बॉस जो मुझे एक वक्त बहुत ज़्यादा अपनाना चाहता था, वो क्या हुआ चेहरे के बाद जब सब कुछ उसने डिस्ट्रॉय कर दिया, छोड़ दिया। वो ये नहीं जानता कि उसके चेहरे के साथ साथ वो उसके सपनों पर, उसकी ज़िंदगी पर, उसकी रूह पर एसिड अटैक कर रहा है, उसकी ज़िंदगी को ख़त्म कर रहा है, जो कि किसी भी रिजेक्शन की, किसी भी गलत काम की, किसी भी चीज़ की इतनी बड़ी सज़ा हो ही नहीं सकती है। सबसे पहले तो ये है कि मेरी जो सोसाइटी है जहाँ मैं रहती हूँ, वो लोग मुझे बहुत, क्योंकि मेरे साथ एसिड अटैक हुआ था और उनको लगता है कि कुछ ना कुछ लड़कियों की ही गलती होती है जो ये सब कुछ होता है। अभी पुलिस ने इस केस में कुछ नहीं किया था क्योंकि वो पावरफुल है हरियाणा में, तो 4 साल तक केस बंद रहा था।
बुरा लगता है कि जिन लोगों ने मेरी ज़िंदगी ख़राब करी आज भी वो खुलेआम घूम रहे हैं, अपनी लाइफ को एंजॉय कर रहे हैं। और अपनी गवर्नमेंट पे भी है, लॉ पर भी है कि कहाँ है वो सब कुछ, जब पिछले 5 साल पहले मुझे जो जस्टिस मिलना चाहिए था वो आज तक नहीं मिला है। क्यों इतना टाइम लग जाता है? लोग सोसाइटी पर भी है, क्यों सपोर्ट नहीं करते हैं? मुझे फंड्स की ज़रूरत है क्योंकि मैं फिर से वही शीला बनना चाहती हूँ जो मैं थी। कुछ तो करना। बैठी रहूँगी 5 साल तक घर में, 10 साल भी बैठी रहूँगी, 20 साल भी बैठी रहूँगी, ऐसी ज़िंदगी ख़त्म हो जाएगी। तो उससे अच्छा है कि मैं कुछ करूँ, आगे बढ़ूँ। तो ये चीज़ तो आप लोग बताओ कि मैं बहादुर हूँ या नहीं, मुझे नहीं पता, आज तक भी मुझे नहीं पता।